ਸਤਿ ਸ਼੍ਰੀ ਅਕਾਲ ਜੀ, ਮੈਂ ਸੁਮਨ ਰੁਪਰਾਏ। ਤੁਸੀਂ ਸਾਰੇ ਦੇਖ ਰਹੇ ਹੋ ਪੰਜ ਦਰਿਆ ਤੇ ਪ੍ਰੋਗਰਾਮ ਹੈ ਸਾਡਾ ਚੱਜ ਦੀਆਂ ਗੱਲਾਂ ਵਿੱਚ ਓਲੀ ਅੰਕਲ। ਤੇ ਚੱਜ ਦੀਆਂ ਗੱਲਾਂ ਕਾਫੀ ਵਧੀਆ ਵਧੀਆ ਗੱਲਾਂ ਉਹ ਸਾਡੇ ਨਾਲ ਕਰਦੇ ਆ। ਹਰ ਸੋਚ ਤੇ ਕੁਛ ਨਾ ਕੁਛ ਸਿੱਖਣ ਲਈ ਮਿਲਦਾ ਤੇ ਸਾਡੀ ਦੋਨਾਂ ਦੀ ਇਹੀ ਕੋਸ਼ਿਸ਼ ਹੁੰਦੀ ਹੈ ਕਿ ਕੋਈ ਨਾ ਕੋਈ ਇਹੋ ਜਿਹੇ ਤੁਹਾਡੇ ਦਿਲ ਦਿਮਾਗ ਤੇ ਕੋਈ ਛਾਪ ਛੱਡ ਕੇ ਜਾਵੇ ਸਾਡਾ ਪ੍ਰੋਗਰਾਮ, ਕਿ ਤੁਸੀਂ ਕੁਛ ਸਿੱਖੋ ਤੇ ਜ਼ਿੰਦਗੀ 'ਚ ਆਪਣੀ 'ਚ ਅੱਗੇ ਵਧੋ। ਸੋ ਅੱਜ ਲਈ ਦੇਖਦੇ ਹਾਂ ਕਿ ਸਾਡੇ ਲਈ ਉਹਨਾਂ ਨੇ ਕੀ ਟੌਪਿਕ ਰੈਡੀ ਕੀਤਾ ਹੈ। ਤੇ ਪਹਿਲਾਂ ਤਾਂ ਆਪਾਂ ਕਰਦੇ ਹਾਂ ਸਵਾਗਤ ਜੋਲੀ ਅੰਕਲ ਦਾ, ਤੇ ਫਿਰ ਦੇਖਦੇ ਹਾਂ ਅੱਜ ਕਿਹੜੀ ਚੱਜ ਦੀ ਗੱਲ ਸਾਡੇ ਨਾਲ ਕਰ ਰਹੇ। ਸੋ ਲੈਟਸ ਵੈਲਕਮ ਜੋਲੀ ਅੰਕਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਅੰਕਲ ਜੀ, ਕੀ ਹਾਲ ਚਾਲ ਤੁਹਾਡਾ? ਠੀਕ ਠਾਕ, ਤੁਸੀਂ ਸੁਣਾਓ ਸੁਮਨ ਜੀ? ਤੁਹਾਡਾ, ਮੈਂ ਠੀਕ। ਤੁਹਾਡੇ ਸਾਰੇ ਚੈਨਲ ਦੇਖਣ ਵਾਲਿਆਂ ਦਾ, ਤੁਹਾਡੇ ਪਰਿਵਾਰ ਦਾ, ਕੈਨੇਡਾ ਵਾਲਿਆਂ ਦਾ ਕੀ ਹਾਲ ਚਾਲ? ਬਿਲਕੁਲ ਬਿਲਕੁਲ ਵਧੀਆ, ਸਾਰੇ ਹੀ ਵਧੀਆ। ਸਾਰੇ ਪ੍ਰਭੂ ਵਾਹਿਗੁਰੂ ਸਾਰਿਆਂ ਤੇ ਬਹੁਤ ਮਿਹਰ ਕਰੇ, ਸਾਰੇ ਚੜ੍ਹਦੀਆਂ ਕਲਾਂ 'ਚ ਰਹਿਣ, ਹਮੇਸ਼ਾ ਖੁਸ਼ ਰਹਿਣ। ਇਹੀ ਸਾਰਿਆਂ ਦੀ ਸਾਡੀ ਅਰਦਾਸ ਹੁੰਦੀ ਹੈ। ਸਹੀ ਹੈ। ਅਸੀਂ ਸੋਚ ਨੂੰ ਲੈ ਕੇ ਅਸੀਂ ਇਹ ਪ੍ਰੋਗਰਾਮ ਸ਼ੁਰੂ ਕੀਤਾ ਸੀ, ਚਾਹੀਦੀਆਂ ਗੱਲਾਂ। ਕਿਉਂਕਿ ਪਹਿਲੇ ਪਰਿਵਾਰ ਵਿੱਚ ਵੱਡੇ ਬਜ਼ੁਰਗ ਹੁੰਦੇ ਸੀ, ਸਾਰੇ ਮਿਲ ਬੈਠਦੇ ਸੀ ਤੇ ਇੱਕ ਦੂਜੇ ਨਾਲ ਗੱਲਾਂ ਕਰਨੀਆਂ। ਰਾਤੀ ਸੌਣ ਤੋਂ ਪਹਿਲੇ ਬੱਚਿਆਂ ਨੂੰ ਕੁਝ ਕਹਾਣੀਆਂ ਸੁਣਾਉਣੀਆਂ, ਤਾਂ ਕਿ ਜ਼ਿੰਦਗੀ 'ਚ ਉਹਨਾਂ ਨੂੰ ਨਵਾਂ ਸਿੱਖਣ ਨੂੰ ਮਿਲ ਸਕੇ। ਹੁਣ ਉਹ ਹੌਲੀ ਹੌਲੀ ਕੰਸੈਪਟ ਖਤਮ ਹੋਇਆ ਹੈ ਤੇ ਉਹਨੂੰ ਦੇਖਦੇ ਹੋਏ ਅਸੀਂ ਇਹ ਕੰਸੈਪਟ ਸ਼ੁਰੂ ਕੀਤਾ ਹੈਗਾ ਕਿ ਜਿਹੜੀ ਚੀਜ਼ ਮਿਸ ਹੋ ਰਹੀ ਹੈ ਸੋਸਾਇਟੀ ਦੇ ਵਿੱਚ, ਉਹ ਅਸੀਂ ਦੁਬਾਰਾ ਨਵੀਂ ਜਨਰੇਸ਼ਨ ਨੂੰ ਦੇ ਸਕੀਏ। ਬਈ ਬਿਲਕੁਲ ਸਹੀ ਕਹੀ ਹੈ ਤੁਸੀਂ, ਕਿਉਂਕਿ ਅੱਜ ਕੱਲ ਆਨਲਾਈਨ ਯੁੱਗ ਚੱਲਦਾ ਪਿਆ ਹਨਾ। ਯੁੱਗ ਕਈ ਤਰ੍ਹਾਂ ਦੇ ਆਏ ਆ, ਪਰ ਇਹ ਆਨਲਾਈਨ ਯੁੱਗ ਚੱਲ ਰਿਹਾ। ਆਨਲਾਈਨ ਯੁੱਗ ਵਿੱਚ ਪੜ੍ਹਾਈ ਵੀ ਆਨਲਾਈਨ ਆ, ਤੇ ਕੋਈ ਸਿੱਖਿਆ ਕੁਛ ਸਿੱਖਣਾ ਤਾਂ ਵੀ ਆਨਲਾਈਨ ਆ। ਤੇ ਸਾਡੇ ਬਜ਼ੁਰਗ ਵੀ, ਵੱਡੇ ਤੋਂ ਲੈ ਕੇ ਛੋਟੇ ਬੱਚੇ, ਸਾਰੇ ਹੀ ਆਨਲਾਈਨ ਬੈਠੇ ਆ। ਤਾਂ ਜੇ ਆਨਲਾਈਨ ਕਈ ਚੰਗੀਆਂ ਚੰਗੀਆਂ ਗੱਲਾਂ ਅਸੀਂ ਪ੍ਰੋਗਰਾਮ ਦੇ ਥਰੂ ਕਿਸੇ ਨੂੰ ਦੇ ਸਕੀਏ ਤਾਂ ਸਾਡਾ ਵੱਲੋਂ ਵੀ ਕੋਈ ਦੇਣ ਹੋ ਜਾਏਗੀ ਸੋਸਾਇਟੀ ਨੂੰ, ਹਨਾ। ਇਹੀ ਅਸੀਂ ਸੋਚ ਕੇ ਦੋਨੋਂ ਜਣੇ ਕਰਦੇ ਹਾਂ ਪ੍ਰੋਗਰਾਮ ਹਰ ਵਾਰੀ ਪਾਰਟ। ਇਸ ਦਾ ਬਹੁਤ ਵੱਡਾ ਫਾਇਦਾ ਹੈਗਾ ਹੈ। ਨਵੀਂ ਜਨਰੇਸ਼ਨ ਬਹੁਤ ਲੱਕੀ ਅੱਜ ਦੇ ਟਾਈਮ ਵਿੱਚ, ਕਿ ਜਿਹੜੀ ਚੀਜ਼ ਅਸੀਂ ਕਦੀ ਖਾਬ ਵਿੱਚ ਵੀ ਨਹੀਂ ਸੀ ਸੋਚੀ, ਉਹ ਅੱਜ ਦੀ ਡੇਟ ਵਿੱਚ ਮਿੰਟਾਂ ਸਕਿੰਟਾਂ 'ਚ ਪੂਰੀ ਕਰ ਸਕਦੇ ਹੈਗੇ। ਜਿਹੜੀ ਚੀਜ਼ ਦੇ ਬਾਰੇ ਸਾਨੂੰ ਸਾਰੀ ਜ਼ਿੰਦਗੀ 40 ਸਾਲ ਤੱਕ ਵੀ ਨਹੀਂ ਸੀ ਪਤਾ, 50 ਸਾਲ ਤੱਕ ਵੀ, ਉਹ ਇਨਫੋਰਮੇਸ਼ਨ, ਉਸ ਚੀਜ਼ ਦੇ ਬਾਰੇ ਪੂਰੀ ਜਾਣਕਾਰੀ ਬਿਲਕੁਲ ਸਹੀ ਤਰੀਕੇ ਦੇ ਨਾਲ ਉਹ 1 ਮਿੰਟ ਵਿੱਚ ਆਪਣੇ ਫੋਨ ਦੇ ਥਰੂ ਲੈ ਸਕਦੇ ਹੈਗੇ। ਤੋ ਅੱਜ ਫਿਰ ਕੀ ਸੋਚਿਆ ਤੁਸੀਂ, ਕਿਹੜੀ ਗੱਲ ਕਰੀਏ ਸਾਰਿਆਂ ਦੇ ਨਾਲ? ਅਸੀਂ ਬਹੁਤ ਸਾਰੀਆਂ ਗੱਲਾਂ ਨੇ, ਲੇਕਿਨ ਇੱਕ ਗੱਲ ਜਿਹੜੀ ਹਰ ਆਦਮੀ ਦੇ ਦਿਲ ਦਿਮਾਗ ਵਿੱਚ ਬਚਪਨ ਤੋਂ ਆਉਂਦੀ, ਉਹ ਆਉਂਦੀ ਹੈਗੀ ਏ ਸੁਪਨੇ। ਛੋਟੇ ਹੁੰਦੇ ਆ ਤੇ ਤਾਂ ਅਸੀਂ ਸੁਪਨੇ ਦੇਖਦੇ ਆ, ਥੋੜੇ ਵੱਡੇ ਹੁੰਦੇ ਆ ਤਾਂ ਸਾਡੇ ਸੁਪਨੇ ਵੱਡੇ ਹੋ ਜਾਂਦੇ ਨੇ। ਜਵਾਨੀ 'ਚ ਪਰਿਵਾਰ ਸ਼ੁਰੂ ਕਰਦੇ ਆ, ਵਿਆਹ ਸ਼ਾਦੀ ਹੁੰਦੀ ਹੈ, ਜਾਂ ਸਾਡੀ ਉਹ ਏਜ ਆਉਂਦੀ ਹੈ ਜਿਸ ਟਾਈਮ, ਤੇ ਉਸ ਟਾਈਮ ਹਰ ਲੜਕੀ ਦੇ, ਹਰ ਲੜਕੇ ਦੇ ਅਲੱਗ-ਅਲੱਗ ਸੁਪਨੇ ਹੁੰਦੇ ਨੇ ਕਿ ਮੇਰੀ ਹੁਣ ਜ਼ਿੰਦਗੀ ਇਸ ਤਰ੍ਹਾਂ ਬਣੇਗੀ, ਮੇਰੀ ਲਾਈਫ ਇਸ ਤਰ੍ਹਾਂ ਬਣੇਗੀ। ਲੇਕਿਨ ਬਹੁਤ ਘੱਟ ਬੱਚੇ ਹੈਗੇ ਨੇ, ਬਹੁਤ ਘੱਟ ਲੋਕ ਐਸੇ ਲੱਕੀ ਹੁੰਦੇ ਨੇ ਕਿ ਜਿਹੜਾ ਉਹ ਸੁਪਨਾ ਦੇਖਦੇ ਨੇ ਔਰ ਉਹ ਸੁਪਨਾ ਉਹਨਾਂ ਦਾ ਪੂਰਾ ਹੋ ਪਾਉਂਦਾ। ਬਹੁਤੇ ਲੋਕੀ ਸੁਪਨੇ ਤੇ ਹਰ ਕੋਈ ਦੇਖਦਾ ਹੈ, ਲੇਕਿਨ ਬਹੁਤੇ ਲੋਕਾਂ ਦੇ ਸੁਪਨੇ ਪੂਰੇ ਕਿਉਂ ਨਹੀਂ ਹੁੰਦੇ? ਇਸ ਬਾਰੇ ਅਸੀਂ ਕਦੀ ਨਹੀਂ ਸੋਚਿਆ ਕਿ ਵੀ ਸਾਡਾ, ਜੇ ਅਸੀਂ ਸੁਪਨਾ ਦੇਖਿਆ ਤੇ ਸਾਡਾ ਸੁਪਨਾ ਪੂਰਾ ਕਿਉਂ ਨਹੀਂ ਹੋਇਆ, ਕਿਉਂ ਨਹੀਂ ਹੋਇਆ, ਤੇ ਦੂਸਰਿਆਂ ਦੇ ਸੁਪਨੇ ਜਿਹੜੇ ਨੇ ਉਹ ਕਿਵੇਂ ਪੂਰੇ ਹੋਏ। ਇਹਦੇ ਪਿੱਛੇ ਜਿਹੜੀ ਇੱਕ ਬੇਸਿਕ ਚੀਜ਼ ਹੈਗੀ ਹੈ ਕਿ ਜੇ ਮੈਂ ਕੋਈ ਸੁਪਨਾ ਦੇਖਿਆ ਕਿ ਵੀ ਮੈਂ ਇਹ ਕਰਨਾ ਹੈ, ਮੈਂ ਇਹ ਬਣਨਾ ਹੈ, ਜਾਂ ਮੈਂ ਇੱਥੇ ਤੱਕ ਪਹੁੰਚਣਾ ਹੈ, ਤੇ ਉਹ ਸੁਪਨਾ ਮੇਰਾ ਹੈ, ਤੇ ਉਹਦੇ ਲਈ ਕੰਮ ਵੀ ਮੈਨੂੰ ਕਰਨਾ ਪਏਗਾ, ਉਹਦੇ ਲਈ ਮਿਹਨਤ ਵੀ ਮੈਨੂੰ ਕਰਨੀ ਪਏਗੀ। ਉਹ ਮੈਂ ਸੋਚਿਆ ਕਿ ਮਿਹਨਤ ਤੇ ਉਹਦੇ ਲਈ ਮੇਰੇ ਪੜੋਸੀ ਕਰ ਲੈਣ, ਮੇਰੇ ਗੁਆਂਢੀ ਕਰ ਲੈਣ, ਦੂਜੇ ਮੇਰੇ ਘਰ ਦੇ ਕਰ ਲੈਣ, ਔਰ ਉਹਦਾ ਜਿਹੜਾ ਫਲ ਹੈਗਾ, ਫਰੂਟ ਹੈਗਾ, ਉਹ ਮੈਨੂੰ ਮਿਲ ਜਾਏ। ਇਦਾਂ ਨਹੀਂ ਹੁੰਦਾ। ਅਕਸਰ ਲੋਕ ਏਦਾਂ ਹੀ ਸੋਚਦੇ ਆ। ਸਾਡੇ ਬਹੁਤੇ ਸੁਪਨੇ ਜਿਹੜੇ ਨਹੀਂ ਪੂਰੇ ਹੁੰਦੇ, ਉਹ ਅਸੀਂ ਇਸ ਕਰਕੇ ਨਹੀਂ ਹੁੰਦੇ ਕਿ ਅਸੀਂ ਦੂਸਰਿਆਂ ਕੋਲੋਂ ਆਸ ਉਮੀਦ ਕਰਦੇ ਹਾਂ ਕਿ ਦੂਸਰਾ ਕੋਈ ਆਏਗਾ, ਸਾਡੀ ਮਦਦ ਕਰੇਗਾ ਤੇ ਉਹ ਸਾਡੇ ਸੁਪਨਿਆਂ ਨੂੰ ਸੱਚ ਕਰੇਗਾ। ਉਹ ਪੋਸੀਬਲ ਨਹੀਂ ਹੈ।
ਹਮ, ਕਿਉਂਕਿ ਹਰ ਆਦਮੀ ਦੇ ਆਪਣੇ ਸੁਪਨੇ ਇੰਨੇ ਹੈਗੇ ਨੇ ਕਿ ਉਹਨਾਂ ਨੂੰ ਹੀ ਪੂਰਾ ਨਹੀਂ ਕਰ ਸਕਦਾ, ਤੇ ਦੂਸਰਾ ਕਿਸੇ ਲਈ ਕੁਝ ਵੀ ਕਰ ਪਾਉਣਾ ਬੜਾ ਔਖਾ ਹੈਗਾ, ਔਖਾ ਹੈ ਜੀ। ਉਹ ਨਹੀਂ ਕੀਤਾ ਜਾ ਸਕਦਾ। ਤੇ ਉਹਦੇ ਲਈ ਸਾਨੂੰ ਖੁਦ ਹੀ ਹੁਣ ਇੱਕ ਆਦਮੀ ਹੈਗਾ, ਆਮ ਆਦਮੀ ਹੈਗਾ, ਉਹ ਟੀਵੀ ਤੇ ਦੇਖਦਾ ਹੈ, ਵੱਡੇ ਵੱਡੇ ਲੱਖਪਤੀ ਕਰੋੜਪਤੀ ਲੋਕਾਂ ਨੂੰ ਦੇਖਦਾ ਹੈਗਾ, ਚਾਹੇ ਉਹ ਪੋਲੀਟੀਸ਼ੀਅਨ ਨੇ, ਵੱਡੇ ਵੱਡੇ ਬਿਜ਼ਨਸਮੈਨ ਨੇ, ਜਾਂ ਕੋਈ ਵੀ ਹੈਗਾ ਵੱਡੇ ਸਟੇਟਸ ਦਾ ਬੰਦਾ। ਤੇ ਇੱਕ ਵਾਰੀ ਮਨ ਵਿੱਚ ਆਉਂਦਾ ਹੈਗਾ ਕਿ ਵੀ ਅੱਜ ਮੈਂ 10 ਸਾਲ ਤੋਂ 20 ਸਾਲ ਤੋਂ ਇਹਨਾਂ ਲਈ ਬੈਠ ਕੇ ਇੱਥੇ ਟੀਵੀ ਦੇ ਸਾਹਮਣੇ ਤਾੜੀਆਂ ਮਾਰ ਰਿਹਾ, ਕਿ ਕਦੀ ਕੋਈ ਐਸਾ ਦਿਨ ਆਏਗਾ ਕਿ ਮੈਂ ਟੀਵੀ ਦੇ ਉੱਤੇ ਹੋਵਾਂ ਔਰ ਲੋਕੀ ਮੈਨੂੰ ਦੇਖਣ ਔਰ ਮੇਰੇ ਲਈ ਤਾੜੀਆਂ ਮਾਰਨ। ਹਮ, ਖੁਆਇਸ਼ ਤੇ ਹਰ ਕਿਸੇ ਦੇ ਅੰਦਰ ਜਾਗਦੀ ਹੈ, ਸਹੀ ਹੈ, ਹੁੰਦੀ ਆ ਹਾਂਜੀ। ਖੁਆਇਸ਼ ਤੇ ਸਾਰਿਆਂ ਦੇ ਅੰਦਰ ਹੁੰਦੀ, ਲੇਕਿਨ ਹੁਣ ਉਹ ਵੱਡਾ ਆਦਮੀ ਕਿੱਦਾਂ ਬਣਿਆ ਜਾਏ, ਹਮ, ਉਹ ਡਿਪੈਂਡ ਕਰਦਾ ਸਾਡੇ ਨਜ਼ਰੀਏ ਦੇ ਉੱਤੇ, ਸਾਡੇ ਐਟੀਟਿਊਡ ਦੇ ਉੱਤੇ, ਸਾਡੀ ਭੁੱਖ ਦੇ ਉੱਤੇ, ਕਿ ਸਾਨੂੰ ਉਸ ਚੀਜ਼ ਲਈ ਕਿੰਨੀ ਭੁੱਖ ਹੈਗੀ। ਕਿਉਂਕਿ ਸੋਚਣਾ ਇੱਕ ਚੀਜ਼ ਹੈਗੀ, ਸੁਪਨਾ ਦੇਖਣਾ ਇੱਕ ਚੀਜ਼ ਹੈ, ਸੁਪਨੇ ਨੂੰ ਹਕੀਕਤ ਬਣਾਉਣ ਲਈ ਇੱਕ ਅਲੱਗ ਟਾਈਪ ਦੀ ਸਟਰਗਲ ਦੀ ਲੋੜ ਹੈ। ਹਮ, ਉਹਦੇ ਬਾਰੇ ਇੱਕ ਤੇ ਬਹੁਤ ਸਾਰੇ ਲੋਕਾਂ ਨੂੰ ਜਾਣਕਾਰੀ ਨਹੀਂ ਹੁੰਦੀ ਹੈ, ਪਤਾ ਨਹੀਂ ਹੈਗਾ ਕਿ ਕਿੱਦਾਂ ਕਰਨਾ ਹੈ। ਦੂਸਰਾ, ਜੇ ਜਾਣਕਾਰੀ ਮਿਲ ਜਾਂਦੀ ਹੈ ਤੇ ਉਹ ਫਿਰ ਆਪਣੇ ਕੰਫਰਟ ਜ਼ੋਨ ਵਿੱਚੋਂ ਬਾਹਰ ਨਹੀਂ ਨਿਕਲਣਾ ਚਾਹਤੇ, ਕਿ ਨਹੀਂ ਜਿੱਥੇ ਹੈਗੇ ਆ ਉੱਥੇ ਠੀਕ ਵੀ ਹੈ। ਅਸੀਂ ਬੈਠੇ ਆ ਤੇ ਉੱਥੇ ਹੈ। ਬੈਠੇ ਤੇ ਬਿਠਾਏ ਜੇ ਮਿਲਦੇ ਕੁਛ। ਬੈਠੇ ਬਿਠਾਏ ਪੱਕੀ ਪਕਾਈ ਮਿਲ ਜਾਏ, ਹਮ, ਪੱਕੀ ਪਕਾਈ ਮਿਲ ਜਾਏਗੀ, ਖਾਣ ਲਈ ਵੀ ਤੇ ਤੁਹਾਨੂੰ ਮਿਹਨਤ ਕਰਨੀ ਪਏਗੀ, ਸਹੀ ਹੈ। ਖਾਣ ਲਈ ਵੀ ਮਿਹਨਤ ਕਰਨੀ ਪਏਗੀ, ਖਾਣੇ ਨੂੰ ਪਚਾਉਣ ਲਈ ਵੀ ਮਿਹਨਤ ਕਰਨੀ ਪਏਗੀ, ਠੀਕ ਹੈ ਨਾ। ਤੇ ਸੁਪਨੇ ਜੇ ਦੇਖਣੇ ਹੈਗੇ ਨੇ ਤੇ ਉਹਨੂੰ, ਜੇ ਤੁਸੀਂ ਵੱਡਾ ਆਦਮੀ ਬਣਨਾ ਹੈ, ਚੰਗਾ ਪੈਸਾ ਕਮਾਉਣਾ ਹੈ, ਤੁਸੀਂ ਦੂਸਰੇ ਕਿਸੇ ਕੰਟਰੀ ਜਾ ਕੇ ਸੈਟਲ ਹੋਣਾ ਹੈ, ਉੱਥੇ ਆਪਣੀ ਲਾਈਫ ਨੂੰ ਇੰਪਰੂਵ ਕਰਨਾ ਹੈਗਾ, ਮੀਨਸ ਜਿੱਦਾਂ ਇੱਕ ਬੂੰਦ ਛੋਟੀ ਜਿਹੀ ਹੁੰਦੀ ਹੈ ਪਾਣੀ ਦੀ, ਪਹਾੜਾਂ ਤੋਂ ਜਦੋਂ ਗਿਰਦੀ ਹੈ, ਉਹਦਾ ਸੁਪਨਾ ਹੁੰਦਾ ਹੈ ਕਿ ਵੀ ਮੈਂ ਵੀ ਸਮੁੰਦਰ ਦੀ ਤਰ੍ਹਾਂ ਵੱਡੀ ਬਣਾ। ਹਮ, ਹੁਣ ਇੱਕ ਬੂੰਦ ਕਿੱਦਾਂ ਸਮੁੰਦਰ ਬਣ ਸਕਦੀ, ਲੇਕਿਨ ਉਹਦੇ ਅੰਦਰ ਲਗਨ ਹੁੰਦੀ ਹੈ, ਜਨੂਨ ਹੁੰਦਾ ਹੈ, ਉਹ ਦੂਸਰੀ ਬੂੰਦ ਦਾ ਸਾਥ ਲੈਂਦੀ ਹੈ, ਹੋਰ ਦੋ ਚਾਰ ਬੂੰਦਾਂ ਮਿਲਦੀਆਂ ਨੇ, ਹੌਲੀ ਹੌਲੀ ਪਾਣੀ ਦੀ ਇੱਕ ਧਾਰ ਛੋਟੀ ਜਿਹੀ ਅੱਗੇ ਵਧਣੀ ਸ਼ੁਰੂ ਹੁੰਦੀ ਹੈ। ਨਾ ਉਹਨਾਂ ਕੋਲ ਨਾ ਕੋਈ ਰਸਤਾ ਹੈ, ਨਾ ਕੋਈ ਨਕਸ਼ਾ ਹੈ, ਲੇਕਿਨ ਰਸਤੇ 100 ਕਿਸਮ ਦੀਆਂ ਅੜਚਨਾਂ ਵੀ ਆਉਂਦੀਆਂ ਨੇ, ਲੇਕਿਨ ਹੌਲੀ ਹੌਲੀ ਚੱਲਦੇ ਹੋਏ ਕਿੰਨਾ ਵੀ ਟਾਈਮ ਲੱਗੇ, ਲੇਕਿਨ ਇੱਕ ਦਿਨ ਉਹ ਜਿਹੜੀ ਪਹਿਲੀ ਬੂੰਦ ਸੀ ਉਹ ਜਾ ਕੇ ਸਮੁੰਦਰ ਵਿੱਚ ਮਿਲਦੀ, ਜਿੱਦਾਂ ਹੀ ਉਹ ਸਮੁੰਦਰ ਵਿੱਚ ਮਿਲਦੀ ਹੈ ਤੇ ਉਹ ਸਮੁੰਦਰ ਬਣ ਜਾਂਦੀ ਹੈ। ਮੀਨਸ ਕਿ ਵੀ ਅਸੀਂ ਉਨਾ ਬਣ ਸਕਦੇ ਹਾਂ। ਇੱਥੇ ਕਹਿਣ ਦਾ ਪਰਪਸ ਹੈ ਕਿ ਜੇ ਜੋ ਕੁਝ ਅਸੀਂ ਬਣਨਾ ਹੈ, ਜਿਸ ਫੀਲਡ ਵਿੱਚ ਅਸੀਂ ਤਰੱਕੀ ਕਰਨਾ ਚਾਹੁੰਦੇ ਹਾਂ, ਜੋ ਸਾਡਾ ਸੁਪਨਾ ਹੈਗਾ, ਐਟਲੀਸਟ ਸਾਡੇ ਕੋਲ ਕਮ ਸੇ ਕਮ 4 ਜਾਂ 5 ਐਸੇ ਚੰਗੇ ਦੋਸਤ ਹੋਣੇ ਚਾਹੀਦੇ ਨੇ ਜਿਹੜੇ ਹਰ ਵਕਤ ਪੋਜ਼ਿਟਿਵ ਸੋਚ ਰੱਖਦੇ ਨੇ, ਜਿਹੜੇ ਹਰ ਵਕਤ ਉਸ ਫੀਲਡ ਵਿੱਚ ਤਰੱਕੀ ਕਰ ਰਹੇ ਨੇ। ਕਮ ਸੇ ਕਮ 2 ਸਾਡੇ ਤੋਂ ਅੱਗੇ ਦੇ ਹੋਣੇ ਚਾਹੀਦੇ ਨੇ, 2 ਬੇਸ਼ੱਕ ਸਾਡੇ ਤੋਂ ਥੋੜੇ ਜਿਹੇ ਛੋਟੇ ਲੈਵਲ ਦੇ ਹੋਣ, ਲੇਕਿਨ ਉਹਨਾਂ ਦੇ ਅੰਦਰ ਵੀ ਉਹ ਭੁੱਖ ਹੋਣੀ ਚਾਹੀਦੀ ਕਿ ਹਾਂ ਅਸੀਂ ਵੀ ਇਹ ਕਰਨਾ। ਜੇ ਤੁਹਾਡੇ 3-4 ਦੋਸਤ ਹੈਗੇ ਨੇ, ਉਹ ਤੁਹਾਨੂੰ ਇਸ ਤਰ੍ਹਾਂ ਦਾ ਮਾਹੌਲ ਮਿਲਦਾ ਹੈ ਤੇ ਉਹ ਇੱਕ ਹਰ ਵਕਤ ਤੁਹਾਡੇ ਅੰਦਰ ਜਿਹੜਾ ਜੋਸ਼ ਜਨੂਨ ਜਿਹੜਾ ਹੈਗਾ ਉਹ ਇੱਕ ਜਾਗਦਾ ਰਹਿੰਦਾ ਹੈ। ਜਾਗਦਾ ਰਹਿੰਦਾ, ਠੀਕ ਹੈ। ਲੇਕਿਨ ਜੇ ਅਸੀਂ ਟਾਈਮ ਪਾਸ ਕਰਨ ਵਾਲੇ ਦੋਸਤਾਂ ਨਾਲ ਦੋਸਤੀ ਕਰ ਲੈਂਦੇ ਹਾਂ, ਚੱਲ ਆ ਜਾ ਮੂਵੀ ਦੇਖ ਕੇ ਆ ਜਾਂਦੇ ਹਾਂ, ਚੱਲ ਅਸੀਂ ਇੱਕ ਗੇੜੀ ਮਾਰ ਕੇ ਆ ਜਾਂਦੇ ਹਾਂ ਇੱਥੇ, ਤੇ ਉਹਦੇ ਨਾਲ ਕੀ ਹੈਗਾ, ਟਾਈਮ ਚਲਾ ਗਿਆ, ਪੈਸਾ ਚਲਾ ਗਿਆ। ਹੁਣ ਟਾਈਮ ਮੁੜ ਕੇ ਸਾਡੇ ਹੱਥ 'ਚ ਕਿਸੇ ਟਾਈਮ ਵਾਪਸ ਨਹੀਂ ਆਉਣਾ। ਹੁਣ ਕਈ ਬੰਦੇ ਸੋਚਦੇ ਨੇ ਕਿ ਵੀ ਕੋਈ ਵੱਡੀ, ਪਾਪਾ ਨੂੰ ਕਹਿੰਦੇ ਹੈਗੇ, ਹੁਣ ਬੜੀਆਂ ਫੈਮਲੀਆਂ ਨੇ ਚੰਗੀਆਂ, ਅੱਛਾ ਪੈਸਾ ਹੈਗਾ, ਵੀ ਇੱਕ ਚੰਗੀ ਕਾਰ ਦੀ ਚਾਬੀ, ਪਾਪਾ ਇੱਕ ਗੱਡੀ ਲੈ ਦਿਓ ਮੈਨੂੰ, ਕਾਰ ਦੀ ਚਾਬੀ ਹੱਥ 'ਚ ਲੈ ਕੇ ਉਹ ਕਹਿੰਦੇ, ਸੋਚਦੇ ਨੇ ਵੀ ਸਾਡੀ ਸ਼ਾਨ ਬਣ ਗਈ, ਅਸੀਂ ਵੱਡੇ ਬਣ ਗਏ ਜੀ, ਅਸੀਂ ਆਪਣਾ। ਉਹ ਇਹ ਨਹੀਂ ਦੇਖਦੇ ਕਿ ਅਸੀਂ ਲਾਇਬਿਲਿਟੀ ਲੈ ਲਈ। ਹੁਣ ਜਿਸ ਦਿਨ ਅਸੀਂ ਕਾਰ 10-20 ਲੱਖ ਰੁਪਏ ਦੀ ਲੈ ਲੈਂਦੇ ਹਾਂ ਤੇ ਉਹਦੇ ਤੇ 5-7 ਹਜ਼ਾਰ 10,000 ਰੁਪਏ ਮਹੀਨਾ ਇੰਸ਼ੋਰੈਂਸ ਜਾਏਗੀ, 10-20 ਹਜ਼ਾਰ ਰੁਪਏ ਮਹੀਨਾ ਉਹਦੀ ਮੇਨਟੇਨੈਂਸ ਦਾ ਖਰਚਾ ਹੋਏਗਾ।
ਤੇ ਲਾਇਬਿਲਿਟੀ ਪਾਲਣ ਤੋਂ ਪਹਿਲੇ ਸਾਨੂੰ ਕੁਝ ਨਾ ਕੁਝ ਐਸਾ ਕਰਨਾ ਚਾਹੀਦਾ ਹੈ ਕਿ ਪਹਿਲੇ ਅਸੀਂ ਆਪਣੇ ਲੈਵਲ ਨੂੰ ਉਸ ਇੰਨਾ ਉੱਪਰ ਕਰ ਲਈਏ ਤਾਂ ਕਿ ਬਾਅਦ ਵਿੱਚ ਜਦੋਂ ਫਿਰ ਲਾਇਬਿਲਿਟੀ ਹੋ ਜਾਂਦੀ ਹੈ। ਪਲਾਸਟਿਕ ਮਨੀ ਹੁਣ USA ਦੇ ਵਿੱਚ ਬਹੁਤ ਸਾਰੇ ਲੋਕ ਡਿਪਰੈਸ਼ਨ ਵਿੱਚ ਨੇ, ਰੀਜ਼ਨ ਬੀਇੰਗ ਕਿ ਉਹ ਕਾਰਡ ਹੁੰਦਾ ਹੈ, ਜਿੱਥੇ ਗਏ ਮਾਲ ਵਿੱਚ ਅੱਛਾ ਇਹ ਵੀ ਲੈ ਲੈਂਦੇ ਇਹ ਵੀ ਲੈ ਲੈਂਦੇ, ਕਾਰਡ ਦਿੱਤਾ, ਜਦੋਂ ਮਹੀਨੇ 2 ਮਹੀਨੇ ਬਾਅਦ ਪੇਮੈਂਟ ਕਰਨੀ ਹੁੰਦੀ ਹੈ ਉਸ ਟਾਈਮ ਉਹਨਾਂ ਨੂੰ ਮੁਸੀਬਤ ਪੈ ਜਾਂਦੀ ਹੈ। ਬਹੁਤ ਜੋ ਕੁਝ ਕਰ ਵੀ ਰਹੇ ਹੁੰਦੇ ਨੇ ਉੱਥੇ ਵੀ ਉਹ ਜ਼ੀਰੋ ਹੋ ਜਾਂਦੇ ਨੇ। ਅੱਗੇ ਦਾ ਤੇ ਸੋਚ ਹੀ ਨਹੀਂ ਸਕਦੇ, ਅੱਗੇ ਦੇ ਜਿਹੜੇ ਸੁਪਨੇ ਹੈਗੇ ਨੇ ਉਹ ਤੇ ਉੱਥੇ ਹੀ ਖਤਮ ਹੋ ਗਏ। ਸੁਪਨੇ ਉਹ ਨਹੀਂ ਹੈਗੇ ਜਿਹੜੇ ਅਸੀਂ ਰਾਤੀ ਸੁੱਤੇ ਹੋਏ ਦੇਖਦੇ ਹਾਂ। ਸੁਪਨੇ ਅਸਲੀ ਉਹ ਹੈਗੇ ਨੇ ਜਿਹੜੇ ਅਸੀਂ ਖੁੱਲੀਆਂ ਅੱਖਾਂ ਨਾਲ ਦੇਖਦੇ। ਸਹੀ। ਸੁਪਨੇ ਉਹ ਨੇ ਜਿਹੜੇ ਸਾਨੂੰ ਸੌਣ ਨਾ ਦੇਣ। ਹੁਣ आज कल के कई बच्चे है पापा आप कहते हो बड़ा कुछ करो, अब बड़ा करने के लिए बड़े सपने देखने पड़ते हैं और बड़े सपने के लिए हमें ज्यादा सोना पड़ता है, आप सोने नहीं देते। हम सुते रहोगे पुत्रो थे सुपने कितों बड़े पूरे कर लोगे, बड़े तो कर ही नहीं सकते। कुछ ऐसा करो अपने आप को, अपनी ताकत को, अपने हुनर को इन्ना समझो पहचानो कि भी हाँ मैं दुनिया दे विच एक मिसाल कायम करनी। सिर्फ मिसाल कायम नहीं करो बल्कि एक मिसाल कायम करने दे नाल मशाल भी जलाओ। जिद्दां हुण तुसी जिहड़ा काम कर रहे हो इसनूं मैं कह सकदा कि तुसी 100-200 ਲਈ नहीं कई हज़ार लेडीज़ ਲਈ एक इंस्पायरेशन ਦਾ सोर्स है कि तुसी कनेडा च अपने घर परिवार की जिम्मेदारी भी निभा रहे हो, तुसी उहदे नाल एक पब्लिक लाइफ एक पूरे मैं देखदा तुहाडे प्रोग्राम बड़ी दूर दूर दे तुसी पर्सनैलिटीज़ नूं लभ के अलग अलग उन्हां दे नाल कोआर्डीनेट करके और एक तो एक अच्छा प्रोग्राम बना रहे हो ते इह तुसी एक मिसाल कायम कर रहे हो। ਜਿਹੜਾ ਬੰਦਾ ਜਰਾ ਜੀ ਵੀ ਸਮਝ ਹੈਗੀ ਹੈ ਉਹ ਤੁਹਾਡੀ ਪਰਸਨੈਲਿਟੀ ਨੂੰ ਦੇਖ ਕੇ ਡੈਫੀਨਿਟਲੀ ਬੜਾ ਕੁਝ ਸਿੱਖ ਸਕਦਾ ਕਿ ਹਾਂ ਜੇ ਉਹ ਸੁਮਨ ਜੀ ਇੰਨਾ ਕੁਝ ਕਰ ਸਕਦੇ ਤੇ ਮੈਂ ਵੀ ਕਰ ਸਕਦਾ। ਹੁਣ ਜਿਹੜੇ ਘਰ ਬੈਠੇ ਨੇ ਸਿਰਫ ਸਵੇਰੇ ਨਾਸ਼ਤਾ ਬਣਾਤਾ, ਦੁਪਹਿਰੀ ਲੰਚ ਬਣਾਤਾ, ਰਾਤੀ ਵੀ ਆਦਮੀ ਦੇ ਆਉਣ ਦਾ ਟਾਈਮ ਹੈ ਰੋਟੀ ਬਣਾਤੀ, ਟੀਵੀ ਦੇਖ ਲਿਆ, ਥੋੜੀ ਦੇਰ ਗੱਲਬਾਤ ਕੀਤੀ, ਸੋ ਗਏ, ਸਵੇਰੇ ਉੱਠੇ ਫਿਰ ਉਹੀ ਰੋਟੀ, ਉਹਦੇ ਨਾਲ ਤੇ ਫਿਰ ਕੋਈ ਸੁਪਨੇ ਪੂਰੇ ਨਹੀਂ। ਨਹੀਂ ਮੈਂ ਉਹ ਵੀ ਕਰਦੀ ਆ ਨਾਲ ਘਰ ਵੀ ਪੂਰਾ ਦੇਖੀਦਾ। ਬਿਲਕੁਲ ਮੈਂ ਉਹੀ ਕਹਿ ਰਿਹਾ ਨਾ ਤੁਸੀਂ ਮਿਸਾਲ ਵੀ ਕਾਇਮ ਕਰ ਰਹੇ ਹੈਗੇ ਹੋ ਔਰ ਮਿਸਾਲ ਦੇ ਨਾਲ ਨਾਲ ਇੱਕ ਹੁੰਦਾ ਹੈ ਮਸ਼ਾਲ ਜਲਾਣੀ ਦੂਜਿਆਂ ਦੇ ਲਈ। ਇੱਕ ਜਿਵੇਂ ਪਹਿਲੇ ਜੰਗ ਹੁੰਦੀ ਸੀ ਜਾਂ ਕੁਝ ਹੁੰਦਾ ਸੀ ਨਾ ਤਾਂ ਇੱਕ ਮਸ਼ਾਲ ਓਲੰਪਿਕ ਮਸ਼ਾਲ ਲੈ ਕੇ ਚੱਲਦੇ ਸਭ ਤੋਂ ਅੱਗੇ ਤੋਂ ਮਸ਼ਾਲ ਜਲਾਈ ਜਾਂਦੀ ਤਾਂ ਜੋ ਰਸਤਾ ਦਿਖੇ ਸਾਰਿਆਂ ਨੂੰ ਨਾ। हाँ मिसाल नहीं बनना, मिसाल बनना भी एक बड़ी बड़ी गल है। मिसाल बन के और कोशिश करो कि एक मशाल भी जला। हुण मैनू कम से कम 50 तो ज्यादा लोग कह चुके हैं कि 38 किताबां स्कूल कॉलेज की पढ़ाई तो बाद जो नौकरी लग जाती है बिजनेस शुरू कर देंगे ने वो कहते इंडिया के मैं कनेडा का भी उस दिन एक चैनल वाले इंटरव्यू कर रहे थे कहते मैनू अज तक एक आदमी पूरे वर्ल्ड च नहीं मिले उन्होंने बहुत सारे कंट्रीज के नाल सर्कल उत्थे उन्होंने प्रोग्राम चलते हैं कि मैनू एक भी आदमी ऐसा नहीं मिले जिन्हें 38 किताबां पढ़िया हो। तुसीं 38 लिख दित्तियां किताबां। सही किया उन्होंने, बिल्कुल सही किया। कहते स्कूल कॉलेज तो मजबूरी च पढ़निया सी पर उसके बाद जो एक लाइफ शुरू हो गई भी बैंक च नौकरी लग गई अपना काम काज शुरू कर लिया उसके बाद लोग मुड़ के देखते ही नहीं किताबां। और तुसी मतलब कि अपनी उम्र अद्धी तो ज्यादा उम्र लंघण तो बाद शुरू किया लिखना और फिर तुसी अज 38 किताबां लिख दित्ती। हुण वैसे एक होर मेरी चली गई प्रिंटिंग 39वीं किताब ही पढ़ांगे वो भी आपां ते मेन चीज है कि सानू अपने अंदरों नॉलेज जिहड़ी हैगी जिहड़ी असीं अज तक सीखी उसनूं असीं यूज करना सीखीए। नॉलेज तो सारे को हैगी, बहुत सारे लोगों को हैगी, डिग्रियां बहुत हैगियां ने, गोल्ड मेडल भी जीते हुए, लेकिन उस नॉलेज का यूज असीं किन्ना कर रहे हैं ये पता होना चाहिए। ते
ਜ਼ਿੰਦਗੀ ਨੂੰ ਮੈਂ ਕਈ ਵਾਰੀ ਕਹਿੰਦਾ ਕਿ ਜ਼ਬਰਦਸਤੀ ਨਾ ਜੀ, ਜ਼ਬਰਦਸਤ ਢੰਗ ਨਾਲ ਜੀ। ਜ਼ਬਰਦਸਤੀ ਜੇ ਅਸੀਂ ਕਿਸੇ ਨੂੰ, ਬੱਚੇ ਨੂੰ ਵੀ ਕਹਿੰਦੇ ਹਾਂ ਕੋਈ ਕੰਮ ਕਰਨ ਲਈ, ਤੇ ਉਹ ਉਸ ਵਕਤ ਤੇ ਸਾਡੇ ਡਰ ਨਾਲ ਹੋ ਸਕਦਾ ਕਰ ਦੇਗਾ, ਲੇਕਿਨ ਉਹਦੇ ਨਾਲ ਉਹਦਾ ਸੁਪਨਾ ਕਦੇ ਸੱਚ ਨਹੀਂ ਹੋਏਗਾ। ਜੇ ਉਹਦੇ ਦਿਲੋਂ ਅੰਦਰੋਂ ਸਪਾਰਕ ਪੈਦਾ ਹੋਏਗਾ, ਜ਼ਬਰਦਸਤ ਤਰੀਕੇ ਨਾਲ ਕਰੇਗਾ, ਫਿਰ ਉਹਦੇ ਸੁਪਨੇ ਸਾਰੇ ਸੱਚ ਹੋ ਸਕਦੇ ਹੈਗੇ। ਤੇ ਇੰਨਾ ਜਨੂਨ ਜਿਹੜਾ ਹੈਗਾ ਉਹ ਹਰ ਬੱਚੇ ਦੇ ਅੰਦਰ ਜ਼ਰੂਰ ਹੋਣਾ ਚਾਹੀਦਾ ਹੈ। ਉਹਨੂੰ ਇੰਨੀ ਡਾਇਰੈਕਸ਼ਨ ਇੱਕ ਵਾਰੀ ਦਿਖਾ ਦਿਓ, ਗਾਈਡੈਂਸ ਉਹਨਾਂ ਕੋਲ ਹੈਗੀ ਹੈ, ਜਿੱਥੇ ਜਿੱਥੇ ਲੋੜ ਪਏ ਉੱਥੇ ਸਿਰਫ ਉਹਨਾਂ ਨੂੰ ਗਾਈਡ ਕੀਤਾ ਜਾਏ, ਤੇ ਉਸ ਤੋਂ ਬਾਅਦ ਉਹਨਾਂ ਦੀ ਸੋਚ ਔਰ ਵਿਜ਼ਨ ਨੂੰ ਇੰਨਾ ਵੱਡਾ ਕਰੋ। ਉਸ ਕੰਮ ਸਾਡਾ ਹੈ, ਕਿਉਂਕਿ ਬੱਚੇ ਦੀ ਸੋਚ ਛੋਟੀ ਹੁੰਦੀ ਹੈ, ਜਿਵੇਂ ਜਿਵੇਂ ਉਹਨਾਂ ਦੀ ਸੋਚ ਖੁੱਲਦੀ ਹੈ, ਜਿਵੇਂ ਜਿਵੇਂ, ਕਿਉਂਕਿ ਜਿਹੜੀ ਚੀਜ਼ ਨੂੰ ਅਸੀਂ ਦੇਖਿਆ ਹੀ ਨਹੀਂ ਉਹਨੂੰ ਪਾਉਣ ਦੀ ਇੱਛਾ ਤਾਂ ਸਾਡੇ ਅੰਦਰ ਜਾਏਗੀ। ਜਿਹੜੇ ਲੈਵਲ ਨੂੰ ਅਸੀਂ ਕਦੇ ਦੇਖਿਆ ਹੀ ਨਹੀਂ, ਕਦੇ ਇੰਜੋਏ ਨਹੀਂ ਕੀਤਾ, ਤੇ ਉਹ ਵਿਜ਼ਨ ਸਭ ਤੋਂ ਪਹਿਲੇ ਸਾਨੂੰ ਆਪਣੇ ਅੰਦਰ ਕ੍ਰੀਏਟ ਕਰਨ ਦੀ ਲੋੜ ਹੈ, ਉਹਨੂੰ ਇੰਜੋਏ ਕਰਨ ਦੀ ਲੋੜ ਹੈ। ਅਚੀਵਮੈਂਟ ਤੋਂ ਪਹਿਲੇ ਜਿਸ ਵਕਤ ਅਸੀਂ ਉਹਨੂੰ ਇੰਜੋਏ ਕਰਦੇ ਹਾਂ, ਉਹਨੂੰ ਫੀਲ ਕਰਦੇ ਹੈਗੇ ਆ, ਤੇ ਫਿਰ ਸਾਨੂੰ ਅੰਦਰੋਂ ਇੱਕ ਜਿਹੜੀ ਹੈ ਨਾ ਅੱਗ, ਕਹਿ ਲਓ ਚਿੰਗਾਰੀ ਜਾਗਦੀ ਕਿ ਵੀ ਹਾਂ ਇਹ ਮੈਂ ਹੁਣ ਕਰਨਾ ਹੈ, ਇਹ ਮੇਰਾ ਸੁਪਨਾ ਹੈ, ਇਸ ਨੂੰ ਮੈਂ ਜਿਹੜਾ ਹੈਗਾ ਉਹ ਸੱਚ ਕਰਨਾ ਹੈ। ਇਹਦੇ ਤੇ ਨਾ ਇੱਕ ਸੇਇੰਗ ਵੀ ਹੈਗੀ ਹੈ ਕਿ ਸੁਪਨਿਆਂ ਦੇ ਉਹਨੂੰ ਲੈ ਕੇ, ਕਿ ਕਹਿੰਦੇ ਕਿ ਸਹੇਲੀ ਔਰ ਹਵੇਲੀ ਸੌਖੀਆਂ ਨਹੀਂ ਬਣਦੀਆਂ, ਬੜੀ ਮਿਹਨਤ ਲੱਗਦੀ ਹੈਗੀ। ਚੰਗੀ ਹਵੇਲੀ ਬਣਾਉਣੀ ਹੋਏ, ਚੰਗੀ ਸਹੇਲੀ ਬਣਾਉਣੀ ਹੋਏ, ਦੋਸਤ ਚੰਗੇ ਬਣਾਉਣੇ ਹੋਣ, ਤੇ ਉਹਨਾਂ ਲਈ ਬਹੁਤ ਮਿਹਨਤ ਕਰਨੀ ਪੈਂਦੀ ਹੈਗੀ। ਤੇ ਜੇ ਥੋੜੀ ਜਿਹੀ ਮਿਹਨਤ ਕਰਨੀ ਸਿੱਖ ਲਈਏ, ਥੋੜਾ ਜਿਹਾ ਆਪਣਾ ਵਿਜ਼ਨ ਕਲੀਅਰ ਕਰ ਲਈਏ, ਮਾਈਂਡ ਵਿੱਚ ਕਲੈਰਿਟੀ ਆ ਜਾਏ, ਸਹੀ ਟਾਈਮ ਦੇ ਉੱਤੇ ਸਹੀ ਡਿਸੀਜਨ ਲੈਣਾ ਸ਼ੁਰੂ ਕਰ ਦਈਏ ਅਸੀਂ। ਕਿਉਂਕਿ ਬਹੁਤ ਸਾਰੇ ਲੋਕਾਂ ਦੇ ਸੁਪਨੇ ਸਿਰਫ ਇਸ ਕਰਕੇ ਪੂਰੇ ਨਹੀਂ ਹੁੰਦੇ ਕਿ ਜਦੋਂ ਟਾਈਮ ਹੁੰਦਾ ਹੈ, ਜਦੋਂ ਮੌਕਾ ਹੁੰਦਾ ਹੈ, ਉਸ ਟਾਈਮ ਉਹ ਡਿਸੀਜਨ ਨਹੀਂ ਲੈ ਪਾਉਂਦੇ। ਸਹੀ ਕਿਹਾ ਤੁਸੀਂ। ਤੇ ਜਿਸ ਵਕਤ, ਕਿਉਂਕਿ ਜ਼ਿੰਦਗੀ ਨਾ ਸਾਨੂੰ ਮੌਕੇ ਬੜੇ ਘੱਟ ਦਿੰਦੀ, ਧੋਖੇ ਜ਼ਿਆਦਾ ਦਿੰਦੀ, ਤੇ ਜਿਸ ਵਕਤ ਜ਼ਿੰਦਗੀ ਕੋਈ ਮੌਕਾ ਦੇ ਨਾ, ਤੇ ਉਸ ਵਕਤ ਚੌਕਾ ਮਾਰ ਦੇਣਾ ਚਾਹੀਦਾ। ਤਾਂ ਹੀ ਤਾਂ ਮੌਕੇ ਮਿਲਦੇ ਹੀ ਘੱਟ ਆ। ਵੈਸੇ ਸਹੀ ਗੱਲ ਆ, ਮੌਕਾ ਕਹਿੰਦੇ ਹੀ ਉਹਨੂੰ ਕਿ ਜਿਹੜਾ ਹੁੰਦਾ ਹੀ ਥੋੜਾ ਹੈ, ਕਿ ਇੱਕ ਜਾਂ ਦੋ ਮੌਕੇ ਮਿਲਨੇ ਬੰਦੇ ਨੂੰ। ਅੱਛਾ, ਉਸ ਟਾਈਮ ਹੁਣ ਜੇ ਅਸੀਂ ਡਿਸੀਜਨ ਨਹੀਂ ਲਿਆ, ਉਸ ਟਾਈਮ ਜਿਹੜਾ ਐਕਸ਼ਨ ਲੈਣ ਦੀ ਲੋੜ ਸੀ, ਜੇ ਅਸੀਂ ਉਹ ਐਕਸ਼ਨ ਨਹੀਂ ਲਿਆ, ਤੇ ਫਿਰ ਤੇ ਅਸੀਂ ਆਪਣਾ ਜੋ ਸੋਚਿਆ ਹੈਗਾ ਉਹ ਸੋਚ ਹੀ ਰਹਿ ਜਾਏਗੀ, ਉਹ ਸੋਚ ਹਕੀਕਤ ਨਹੀਂ ਬਣ ਪਾਏਗੀ। ਤੇ ਜ਼ਿੰਦਗੀ ਜੀਣ ਦਾ ਮਜ਼ਾ ਤਾਂ ਹੀ ਹੈਗਾ ਕਿ ਜਿਹੜਾ ਸੁਪਨਾ ਅਸੀਂ ਦੇਖਿਆ ਉਸ ਨੂੰ ਅਸੀਂ ਹਕੀਕਤ ਬਣਾਈਏ, ਔਰ ਹਕੀਕਤ ਵਿੱਚ ਉਸ ਨੂੰ ਜੀ ਕੇ ਦੇਖੀਏ, ਫਿਰ ਜ਼ਿੰਦਗੀ ਜੀਣ ਦਾ ਮਜ਼ਾ ਆਏਗਾ। ਤੁਹਾਡੇ ਕੀ ਸੁਪਨੇ ਨੇ, ਹੁਣ ਤੁਸੀਂ ਦੱਸੋ ਥੋੜਾ ਜਿਹਾ। ਸੁਪਨੇ ਆਪਣਾ ਇਹ ਚੈਨਲ ਅੱਛੀ ਤਰ੍ਹਾਂ ਰਨ ਕਰਨਾ, ਇਹ ਮੇਰਾ ਸੁਪਨਾ ਹੈ ਕਿ ਇਹਨੂੰ ਹਾਈ ਲੈਵਲ ਤੇ ਲੈ ਕੇ ਜਾਣਾ ਹੈ ਨਾ। ਇੱਕ ਤਾਂ ਇਹ ਮੇਰਾ ਸੁਪਨਾ ਜੁੜ ਚੁੱਕਿਆ 2-3 ਸਾਲਾਂ ਤੋਂ ਮੇਰੇ ਨਾਲ ਨਾ। ਬਾਕੀ ਸੁਪਨਾ ਹੈ ਕਿ ਆਪਣੇ ਬੱਚੇ ਆ ਜਿਹੜੇ, ਇਹਨਾਂ ਦੀ ਪਰਵਰਿਸ਼, ਮੈਨੂੰ ਇਹ ਹੈ ਕਿ ਇਹ ਆਪਣੀ ਜ਼ਿੰਦਗੀ 'ਚ ਅਗਰ ਕੁਛ ਹਾਸਿਲ ਕਰ ਗਈਆਂ ਮੇਰੀਆਂ ਬੇਟੀਆਂ, ਤਾਂ ਫਿਰ ਸਭ ਤੋਂ ਵੱਡਾ ਸੁਪਨਾ ਮੇਰਾ ਉਹ ਪੂਰਾ ਹੋਊਗਾ, ਹੈ ਨਾ। ਤੇ ਬਾਕੀ ਪੈਰਲਰ ਸੁਪਨੇ ਤਾਂ ਬਹੁਤ ਆ ਜ਼ਿੰਦਗੀ 'ਚ। ਸੁਪਨੇ ਤਾਂ ਬੰਦਾ ਬਹੁਤ ਹੀ ਦੇਖਦਾ ਹੁੰਦਾ, ਪਰ ਪੂਰੇ ਕੋਈ ਹੁੰਦੇ ਆ। ਪਰ ਬਾਈ ਲੱਕ ਕਹਿ ਲਓ ਕਿ ਮੇਰੇ ਸੁਪਨੇ ਕਾਫੀ ਪੂਰੇ ਹੋਏ ਆ। ਮੇਰੇ ਤੇ ਬਾਬਾ ਜੀ ਦੀ ਪੂਰੀ ਮਿਹਰ ਰਹੀ ਆ ਹਮੇਸ਼ਾ, ਤੇ ਇਹ ਮਿਹਰ ਮੈਂ ਕਹਿੰਦੀ ਹਾਂ ਅੱਗੇ ਵੀ ਮੇਰੀ ਜਾਰੀ ਰਵੇ, ਤੇ ਮੈਂ ਆਪਣੇ ਸੁਪਨੇ ਪੂਰੇ ਕਰਨ 'ਚ ਕਾਮਯਾਬ ਹੋਵਾਂ, ਤੇ ਸਾਥ ਮਿਲੇ ਸਾਰਿਆਂ ਦਾ, ਸਾਰਿਆਂ ਲੋਕਾਂ ਦਾ, ਤੇ ਸਾਰੇ ਮੇਰੀ ਟੀਮ ਦਾ। ਤੇ ਹੁਣ ਤੱਕ ਜਿੰਨੀ ਵੀ ਟੀਮ ਨਾਲ ਜੁੜੀ ਆ, ਬਹੁਤ ਵਧੀਆ ਟੀਮ ਆਪਣੇ ਨਾਲ ਜੁੜੀ ਹੋਈ ਆ ਪੰਜ ਦਰਿਆ ਦੀ ਵੀ, ਤੇ ਸਾਰੇ ਕਾਫੀ ਵਧੀਆ ਮੇਰਾ ਸਾਥ ਦਿੰਦੇ ਆ, ਤੇ ਥੈਂਕ ਯੂ ਉਹਨਾਂ ਸਾਰਿਆਂ ਦਾ ਵੀ। ਤੇ ਨਹੀਂ, ਹੁਣ ਤੇ ਕੈਨੇਡਾ ਬੜੀ ਦੂਰ ਤੱਕ, ਮਤਲਬ ਕਿ ਉੱਧਰ ਵੈਂਕੂਵਰ, ਦੂਸਰੇ ਪੰਜਾਬੀਆਂ ਦੇ, ਕਿਉਂਕਿ ਮੇਰਾ ਸਰਕਲ ਬਹੁਤ ਦੂਰ ਤੱਕ ਹੈਗਾ, ਤੇ ਤੁਹਾਡੇ ਚੈਨਲ ਦੇ ਮੈਂ ਦੇਖਿਆ ਬੜੀ ਦੂਰ ਤੱਕ ਲੋਕੀ ਜਿਹੜੇ ਨੇ ਪ੍ਰੋਗਰਾਮ ਦੇਖਦੇ ਹੈਗੇ ਨੇ। ਔਰ ਕਈ ਜਗ੍ਹਾ ਤੋਂ ਜਦੋਂ ਗੱਲਬਾਤ ਹੁੰਦੀ ਹੈਗੀ, ਕੱਲ ਵੀ ਮੇਰੀ ਵਿਨੀਪੈਗ ਇੱਕ ਫੈਮਿਲੀ ਨਾਲ ਗੱਲ ਹੋ ਰਹੀ ਸੀ, ਤੇ ਉਹ ਵੀ ਬੜੀ ਤਾਰੀਫ ਕਰ ਰਹੇ ਸੀ ਤੁਹਾਡੇ ਪ੍ਰੋਗਰਾਮ ਦੀ, ਕਿ ਵੀ
बहुत अच्छे टॉपिक और बड़ी अच्छी ਬਸ ਇਹ प्रेजेंटेशन। ਕੋਸ਼ਿਸ਼ ਹੈ ਆਪਣਾ। ਵੈਸੇ ਇੱਕ ਗੱਲ ਦੇਖੀਏ ਤਾਂ ਮੈਨੂੰ ਮੋਨੀਟਰੀ ਵਾਈਜ਼ ਇੰਨਾ ਨਹੀਂ ਹੈਗਾ, ਮੈਨੂੰ ਇਹ ਹੁੰਦਾ ਕਿ ਕੁਝ ਸਿੱਖੇ ਸਾਡੇ ਤੋਂ ਕੋਈ ਨਾ, ਕਿ ਅਸੀਂ ਕੁਝ ਇਨ ਰਿਟਰਨ ਦੇਈਏ ਕਿਸੇ ਨੂੰ ਕੁਝ ਨਾ। ਤੇ ਕਿਉਂਕਿ ਦੇਖੋ ਜਿਹੜੀ ਇਹ ਆਵਾਜਾਈ ਜਿਹੜੀ ਪੈਸੇ ਦੀ ਹੈ ਤਾਂ ਚੱਲੀ ਜਾਂਦੀ ਹੈ ਹਨਾ, ਪਰ ਜਿਹੜੀ ਇਹ ਗਿਆਨ ਆ ਨਾ ਇਹ ਕੋਈ ਦੇ ਸਕਦਾ। ਹੁਣ ਮੇਰੀ ਤੁਹਾਡੇ ਨਾਲ ਮੁਲਾਕਾਤ ਹੋਈ, ਤੁਸੀਂ ਕਿੰਨੀਆਂ ਬੁੱਕਸ ਲਿਖੀਆਂ ਹਨਾ, ਕਿੰਨੀਆਂ ਗਿਆਨਵਾਨ ਬੁੱਕਸਾਂ ਮੈਂ ਪੜ੍ਹੀਆਂ, ਉਹਦੇ ਚ 2 ਬੁੱਕਸ ਤੁਸੀਂ ਮੈਨੂੰ ਦਿੱਤੀਆਂ ਵੀ ਸੀਗੀਆਂ ਤੇ ਉਹ ਵੀ ਪੜ੍ਹੀਆਂ। ਤੇ ਕਿਉਂਕਿ ਅੱਜ ਦੇ ਟਾਈਮ ਵਿੱਚ ਨਾ ਸਾਰਿਆਂ ਕੋਲ ਸਾਰਾ ਕੁਝ ਹੈ, ਬਟ ਕਮੀ ਕਿਤੇ ਇੱਧਰ ਦਿਮਾਗੀ ਲੈਵਲ ਤੇ ਲੋਕਾਂ ਦੀ ਸੋਚ ਛੋਟੀ ਹੋ ਚੁੱਕੀ ਹੈ, ਉਹਨੂੰ ਵਾਈਡ ਕਰਨਾ ਪੈਣਾ ਹੈ। ਤੇ ਉਹ ਵਾਈਡ ਕਰਨ ਵਿੱਚ ਜੇ ਅਸੀਂ ਸਾਡਾ ਕੁਝ ਰੋਲ ਅਦਾ ਹੋ ਰਿਹਾ ਤਾਂ ਅਸੀਂ ਕੁਝ ਪੇ ਕਰ ਰਹੇ ਹਾਂ ਸੋਸਾਇਟੀ ਨੂੰ, ਤਾਂ ਆਈ ਥਿੰਕ ਕੁਝ ਕਰ ਰਹੇ ਹਾਂ ਅਸੀਂ। ਸੋਚ ਔਰ ਵਿਚਾਰ ਵੱਡੇ ਕਰ ਲਈਏ ਔਰ ਉਹਦੇ ਨਾਲ ਥੋੜਾ ਜਿਹਾ ਐਕਸ਼ਨ ਸ਼ੁਰੂ ਕਰ ਦਈਏ, ਕਿਉਂਕਿ ਸਿਰਫ ਸੋਚਣ ਨਾਲ ਵੀ ਕੁਝ ਨਹੀਂ ਹੋਏਗਾ, ਸੋਚ ਦੇ ਨਾਲ ਐਕਸ਼ਨ ਬਹੁਤ ਜ਼ਰੂਰੀ ਹੈ। ਕਿਉਂਕਿ ਗਿਆਨ ਔਰ ਕਰਮ ਦੋਨੋਂ ਮਿਲਣਗੇ ਤੇ ਫਿਰ ਸਾਨੂੰ ਰਿਜ਼ਲਟ ਮਿਲਦੇ ਨੇ, ਫਿਰ ਸਾਡਾ ਹਰ ਸੁਪਨਾ ਜਿਹੜਾ ਉਹ ਸੱਚ ਹੋ ਸਕਦਾ ਹੈਗਾ। ਸਹੀ ਆ। ਚਲਿਏ ਫਿਰ ਅੱਜ ਇਹੀ ਗਿਆਨ ਦੀ ਗੱਲ ਬੜੀ ਵਧੀਆ ਆਪਾਂ ਨੂੰ ਪਤਾ ਲੱਗੀ ਹੈ ਕਿ ਸੁਪਨੇ ਪੂਰੇ ਕਰਨੇ ਆ ਤਾਂ ਬੈਠਣਾ ਨਹੀਂ ਹੈਗਾ, ਕੁਝ ਨਾ ਕੁਝ ਕਰਨਾ ਪੈਣਾ ਹੈ। ਤੇ ਸਾਡੇ ਲਈ ਕਿਸੇ ਨੇ ਕੁਝ ਨਹੀਂ ਕਰਨਾ, ਜੇ ਸਾਨੂੰ ਕੁਝ ਚਾਹੀਦਾ ਤਾਂ ਸਾਨੂੰ ਖੁਦ ਨੂੰ ਹਿੰਮਤ ਕਰਨੀ ਪੈਣੀ ਆ, ਆਪਣੀ ਜਗ੍ਹਾ ਤੋਂ ਹਿੱਲਣਾ ਪੈਣਾ। ਤੇ ਇਹ ਨਹੀਂ ਹੈ ਕਿ ਇੱਕ ਜਗ੍ਹਾ ਤੇ ਬੈਠ ਕੇ ਅਸੀਂ ਸੁਪਨੇ ਹੀ ਲਈ ਚੱਲੀਏ, ਤੇ ਵੀ ਸੁਪਨੇ ਵੀ ਬੜੇ ਸੋਹਣੇ ਸੋਹਣੇ ਲੈ ਰਹੇ ਆ ਪੂਰੇ ਕਰਨ ਲਈ ਕੁਝ ਤਾਂ ਕਰਨਾ ਪੈਣਾ ਹਨਾ, ਬੈਠ ਕੇ ਤਾਂ ਸੁਪਨੇ ਪੂਰੇ ਨਹੀਂ ਹੋਣੇ। ਸੋ ਥੈਂਕ ਯੂ ਤੁਹਾਡਾ ਅੱਜ ਦੇ ਚੱਜ ਦੀ ਗੱਲ ਲਈ, ਤੇ ਚੱਜ ਦੀ ਤੁਸੀਂ ਜਿੰਨੀਆਂ ਵੀ ਸਾਨੂੰ ਗੱਲਾਂ ਦੱਸਦੇ ਹੋ, ਸਾਰੇ ਵਿਊਅਰਸ ਦੇਖਦੇ ਆ, ਮੈਨੂੰ ਵੀ ਸਿੱਖਣ ਨੂੰ ਮਿਲਦਾ, ਤਾਂ ਆਮ ਵੈਰੀ ਥੈਂਕਫੁਲ ਟੂ ਯੂ ਟੂ। ਮੈਨੂੰ ਤੁਹਾਡਾ ਬਹੁਤ ਧੰਨਵਾਦ ਆ ਕਿ ਤੁਸੀਂ ਸਾਨੂੰ ਆਪਣਾ ਇੰਨਾ ਕੀਮਤੀ ਟਾਈਮ ਦਿੰਦੇ ਹੋ ਤੇ ਇੰਨੀ ਕੀਮਤੀ ਨੌਲੇਜ ਦਿੰਦੇ ਹੋ, ਜਿਹੜੀ ਇਹੀ ਤਾਂ ਅੱਜ ਕੱਲ੍ਹ ਕਮੀ ਆ ਦੁਨੀਆ ਤੇ। ਮੈਨੂੰ ਮੇਰੀ ਫੀਲਿੰਗ ਇਹ ਹੈਗੀ ਆ ਕਿ ਇਸ ਲੈਵਲ ਤੇ ਲੋਕਾਂ ਦੀ ਕਮੀ ਆਈ ਹੋਈ ਆ, ਉਹ ਇੰਪਰੂਵਮੈਂਟ ਹੋਣ ਦੀ ਲੋੜ ਹੈਗੀ ਆ। ਤੇ ਕਿਉਂਕਿ ਇਹ ਚੀਜ਼ਾਂ ਨਾ ਪੈਸੇ ਨਾਲ ਵੀ ਪੂਰੀਆਂ ਨਹੀਂ ਹੁੰਦੀਆਂ, ਰੁਤਬੇ ਨਾਲ ਵੀ ਪੂਰੀਆਂ ਨਹੀਂ ਹੁੰਦੀਆਂ ਹਨਾ। ਜੇ ਅਸੀਂ ਕਹੀਏ ਬੰਦਾ ਬਹੁਤ ਹਾਈ ਹੋ ਗਿਆ, ਬਹੁਤ ਰੁਤਬੇ ਵਾਲਾ ਹੋ ਗਿਆ ਤਾਂ ਉਹਨੂੰ ਬੜੀ ਅਕਲ ਆ ਜੂਗੀ, ਨੋ ਏਦਾਂ ਕੁਝ ਨਹੀਂ ਹੁੰਦਾ। ਇਹ ਆਮ ਬੰਦਾ ਹੀ ਕਾਫੀ ਕੁਝ ਕਰ ਸਕਦਾ ਜੇ ਕਰਨਾ ਚਾਹਵੇ ਹਨਾ। ਬਿਲਕੁਲ ਠੀਕ, ਬਿਲਕੁਲ ਘਰਾਂ ਤੋਂ ਹੀ ਮੇਰੇ ਖਿਆਲ ਤੇ ਘਰਾਂ ਤੋਂ ਸਾਰਾ ਕੁਝ ਸਟਾਰਟ ਹੁੰਦਾ ਹੈ, ਕਿ ਜੇ ਆਪਾਂ ਘਰੋਂ ਘਰੀ ਕੋਈ ਨੌਲੇਜ ਪਹੁੰਚਾਉਂਦੇ ਆ ਬੱਚਿਆਂ ਤੱਕ ਪਹੁੰਚਦੀ, ਜਿੱਦਾਂ ਤੁਸੀਂ ਕਹਿੰਦੇ ਕਿ ਬੱਚਿਆਂ ਦੀ ਆਪਾਂ ਡਿਵੈਲਪਮੈਂਟ ਤੇ ਜ਼ਿਆਦਾ ਜ਼ੋਰ ਦੇਈਏ, ਉਹੀ ਬੈਟਰ ਰਹੇਗਾ ਸਾਡੇ ਲਈ, ਕਿਉਂਕਿ ਸਾਡਾ ਆਉਣ ਵਾਲਾ ਭਵਿੱਖ ਤਾਂ ਸਾਡੇ ਬੱਚੇ ਹੀ ਆ ਵੈਸੇ। ਬਿਲਕੁਲ ਠੀਕ, ਬਿਲਕੁਲ। ਸੋ ਥੈਂਕ ਯੂ, ਅੱਜ ਲਈ ਇੰਨਾ ਹੀ, ਤੇ ਫਿਰ ਅਗਲੀ ਵਾਰ ਮਿਲਦੇ ਆ ਨਵੀਂ ਚੱਜ ਦੀ ਗੱਲ ਨਾਲ, ਚੱਜ ਦੀਆਂ ਗੱਲਾਂ ਨਾਲ ਵਿਦ ਜੋਲੀ ਅੰਕਲ। ਤੇ ਕਾਫੀ ਬੁੱਕਸ ਲਿਖ ਲਈਆਂ ਇਹਨਾਂ ਨੇ, ਤੇ ਇਹਨਾਂ ਦੀ 39th ਬੁੱਕ ਛਪਣ ਜਾ ਰਹੀ ਹੈ, ਸਾਰੇ ਜ਼ਰੂਰ ਪੜ੍ਹਿਓ। ਤੇ ਰਿਲੀਜ਼ ਤੁਹਾਨੂੰ ਦੱਸਿਓ ਤੁਸੀਂ ਜਦੋਂ ਰਿਲੀਜ਼ ਕਰੋਗੇ ਜਾਂ ਜਦੋਂ ਆਏਗੀ ਮਾਰਕੀਟ 'ਚ ਨਾ। ਮੇਰਾ ਚੈਨਲ ਵੀ ਹੈ, ਜੇ ਤੁਹਾਨੂੰ ਇਹ ਪ੍ਰੋਗਰਾਮ ਸਾਡੇ ਸੁਣਨ ਵਾਲਿਆਂ ਨੂੰ, ਦੇਖਣ ਵਾਲਿਆਂ ਨੂੰ ਚੰਗਾ ਲੱਗੇ ਤੇ ਇਸੇ ਤਰ੍ਹਾਂ ਦੀਆਂ ਬਹੁਤ ਸਾਰੀਆਂ ਵੀਡੀਓਜ਼ ਮੈਂ ਬਣਾਈਆਂ ਨੇ, ਜਿਹੜੀਆਂ ਤੁਸੀਂ ਆਪਣੇ ਘਰ ਆਪਣੇ ਕੰਫਰਟ ਜ਼ੋਨ ਵਿੱਚ ਬੈਠ ਕੇ ਜਦੋਂ ਟਾਈਮ ਮਿਲੇ ਤਸੱਲੀ ਨਾਲ ਦੇਖ ਸਕੋ, ਔਰ ਘਰ ਬੈਠੇ ਫ੍ਰੀ ਦੇ ਵਿੱਚ ਤੁਹਾਨੂੰ ਬਹੁਤ ਸਾਰੀ ਨੌਲੇਜ ਮਿਲੇਗੀ। ਬਹੁਤ ਸਾਰੀਆਂ ਵੀਡੀਓ ਸਾਡੀਆਂ ਸੁਮਨ ਜੀ ਦੇ ਚੈਨਲ ਦੇ ਉੱਤੇ ਹੈਗੀਆਂ ਨੇ, ਉਹ ਤੁਸੀਂ ਸਾਰੀਆਂ ਜ਼ਰੂਰ ਦੇਖੋ, 5 ਦਰਿਆ ਦੇ ਉੱਤੇ, ਤੇ ਜ਼ਰੂਰ ਤੁਹਾਡੀ ਜ਼ਿੰਦਗੀ 'ਚ ਪੋਜ਼ਿਟਿਵ ਬਦਲਾਵ ਆਏਗਾ, ਔਰ ਵਾਹਿਗੁਰੂ ਜ਼ਰੂਰ ਵੀ ਇੰਨੀ ਬਖਸ਼ਿਸ਼ ਕਰਨਗੇ ਕਿ ਤੁਹਾਡਾ ਹਰ ਸੁਪਨਾ ਸੱਚ ਹੋਏਗਾ। ਥੈਂਕ ਯੂ ਵੈਰੀ ਮਚ, ਸਤਿ ਸ਼੍ਰੀ ਅਕਾਲ। ਸੋ ਇਹ ਸੀ ਚੱਜ ਦੀਆਂ ਗੱਲਾਂ, ਤੇ ਅੱਜ ਦੀ ਚੱਜ ਦੀ ਗੱਲ ਸੀ ਕਿ ਆਪਣੇ ਸੁਪਨੇ ਪੂਰੇ ਕਰਨੇ ਆ। ਦੇਖੋ ਵੱਡੇ ਵੱਡੇ ਸੁਪਨੇ, ਆਪਣੇ ਵਿਜ਼ਨ ਨੂੰ ਵੱਡਾ ਕਰੋ, ਪਰ ਆਪਣੇ ਸੁਪਨਿਆਂ ਨੂੰ ਪੂਰੇ ਕਰਨ ਲਈ ਆਪਣੀ ਜਿਹੜਾ ਕੰਫਰਟ ਜ਼ੋਨ ਆ ਤੋਂ ਥੋੜਾ ਬਾਹਰ ਨਿਕਲਣਾ ਪੈਣਾ, ਤੇ ਕੁਝ ਨਾ ਕੁਝ ਕਰਨਾ ਪੈਣਾ, ਕਿਉਂਕਿ ਸਾਡੇ ਲਈ ਕੋਈ ਹੋਰ ਕੁਝ ਨਹੀਂ ਕਰ ਸਕਦਾ, ਅਸੀਂ ਆਪਣੇ ਲਈ ਆਪ ਹੀ ਕੁਝ ਕਰ ਸਕਦੇ ਆ। ਸੋ ਅੱਗੇ ਵਧਣ ਲਈ ਆਪਣੇ ਕੰਮ ਜਾਰੀ ਰੱਖੋ, ਤੇ ਆਪਣੇ ਸੁਪਨੇ ਵੀ ਦੇਖਦੇ ਰਹੋ, ਤੇ ਉਹਨਾਂ ਨੂੰ ਪੂਰੇ ਕਰਨ ਲਈ ਕੁਝ ਨਾ ਕੁਝ ਕਰਦੇ ਵੀ ਰਹੋ ਜ਼ਰੂਰ। ਤੇ ਅੱਜ ਲਈ ਇੰਨਾ ਹੀ, ਤੇ ਸਾਡੇ ਵੀ ਸੁਪਨੇ ਪੂਰੇ ਹੋਣ, ਤੁਹਾਡੇ ਵੀ ਸੁਪਨੇ ਪੂਰੇ ਹੋਣ। ਤੇ ਅਗਲੀ ਵਾਰ ਅਸੀਂ ਅਗਲਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ ਨਵੀਂ ਚੱਜ ਦੀ ਗੱਲ ਦੇ ਨਾਲ, ਤੇ ਜੋਲੀ ਅੰਕਲ ਦੇ ਨਾਲ। ਤਦ ਤੱਕ